ਵਾਹਿਗੁਰੂ ਜੀ ਵਾਹਿਗੁਰੂ ਜੀ। ਜੀਵਤ ਪਿਤਰ ਨਾ ਮਾਨੈ ਕੋ, ਮੂਏ ਸ਼ਰਾਧ ਕਰਾਹੀ। ਪਿਤਰ ਭੀ ਬਪੁਰੇ, ਕਹੋ ਕਿਉ ਪਾਵੈ। ਕਊਆ ਕੂਕਰ ਖਾਹੀ। ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਧੇ। ਇਹ ਸਾਧ ਸੰਗਤ ਜੀ, ਸ੍ਰੀ ਨਾਨਕ ਪ੍ਰਕਾਸ਼ ਜਿਹੜਾ ਗ੍ਰੰਥ ਹੈ ਉਸ ਦਾ ਉੱਤਰਾਰਧ ਭਾਗ ਹੈ। ਇਸ ਦੇ ਦੋ ਭਾਗ ਹਨ। ਉੱਤਰਾਰਧ ਦਾ ਵੀ ਅੱਗੇ ਦੂਜਾ ਭਾਗ ਹੈ ਤੇ ਉਸ ਦੇ ਵਿੱਚ ਸਮਾਵਨ ਕੋ ਪ੍ਰਸੰਗ, ਗੁਰੂ ਜੀ ਦਾ ਜੋਤੀ ਜੋਤ ਸਮਾਉਣ ਦਾ ਪ੍ਰਸੰਗ, ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਵਰਣਨ ਕੀਤਾ ਜਾ ਰਿਹਾ ਹੈ। ਨਾਮ ਪੰਚਾਸਮੋ ਅਧਿਆਏ, ਇਹ 55ਵਾਂ ਅਧਿਆਏ ਹੈ, ਜਿਸ ਦੇ ਵਿੱਚ ਆਪ ਸੰਗਤਾਂ ਨੇ ਇਸ ਤਰ੍ਹਾਂ ਜ਼ਿਕਰ ਸਰਵਣ ਕੀਤਾ। ਇਸ ਅਧਿਆਏ ਦਾ ਜਿਹੜਾ ਸਾਰ ਹੈ, ਚਾਹੇ ਗੁਰੂ ਜੀ ਨੂੰ ਸ਼ਰਾਧ ਕਰਵਾਉਣ ਦੀ ਲੋੜ ਨਹੀਂ ਸੀ। ਉਹਨਾਂ ਨੇ ਅਸ਼ਟਮੀ ਦੇ ਦਿਨ ਅਨੇਕ ਤਰ੍ਹਾਂ ਦੇ ਭੋਜਨ ਤਿਆਰ ਕਰਵਾ ਕੇ ਸੰਸਾਰੀ ਰੀਤ ਦਾ ਪਾਲਣ ਕੀਤਾ। ਸ਼ਰਾਧ ਖਤਮ ਹੋਣ ਤੋਂ ਪਿੱਛੋਂ ਲੰਗਰ ਵਿੱਚ ਗਏ। ਜਦ ਲੋਕਾਂ ਨੇ ਇਹ ਸੁਣਿਆ ਕਿ ਗੁਰੂ ਜੀ ਆਪਣਾ ਸਰੀਰ ਤਿਆਗ ਰਹੇ ਹਨ, ਤਾਂ ਉਹ ਬਹੁਤ ਦੂਰ ਦੂਰ ਤੋਂ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਣ ਲੱਗ ਪਏ। ਹਰ ਅਸਮਰੱਥ ਬੰਦੇ ਵਿੱਚ ਵੀ ਇਸ ਮੌਕੇ ਤੁਰਨ ਫਿਰਨ ਦੀ ਸ਼ਕਤੀ ਆ ਗਈ ਸੀ, ਭਾਵੇਂ ਕਿਸੇ ਕੋਲੋਂ ਨਹੀਂ ਵੀ ਸੀ ਤੁਰਿਆ ਜਾਂਦਾ, ਪਰ ਤਾਂ ਵੀ ਉਹਦੇ ਦਿਲ ਦੀ ਇੱਛਾ ਸੀ ਕਿ ਮੈਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰ ਲਵਾਂ। ਕਿਉਂਕਿ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਆਈਆਂ ਸਨ। ਪੁਰਾਣੇ ਸਮੇਂ ਵਿੱਚ ਪੈਦਲ ਹੀ ਤੁਰ ਕੇ ਆਉਣਾ ਹੁੰਦਾ ਸੀ। ਆਵਾਜਾਈ ਦੇ ਇੰਨੇ ਤੇਜ਼ ਸਾਧਨ ਨਹੀਂ ਸਨ। ਹੁਣ ਜਿਹੜੀਆਂ ਸੰਗਤਾਂ ਇੰਨੀ ਦੂਰੋਂ ਦੂਰੋਂ ਚੱਲ ਕੇ ਤੇ ਕਰਤਾਰਪੁਰ ਸਾਹਿਬ ਵਿਖੇ ਆ ਰਹੀਆਂ ਹਨ, ਉਹਨਾਂ ਦੇ ਵਾਸਤੇ ਲੰਗਰ ਭੋਜਨ ਦਾ ਪ੍ਰਬੰਧ ਕਰਨਾ ਇਹ ਵੀ ਜ਼ਰੂਰੀ ਸੀ। ਇਹ ਵੀ ਹੋ ਸਕਦਾ ਹੈ ਕਿ ਉਹ ਜਿਹੜੇ ਦਿਨ ਚੱਲ ਰਹੇ ਸਨ ਉਹ ਸ਼ਰਾਧਾਂ ਦੇ ਦਿਨ ਹੋਣ ਤੇ ਲੋਕੀ ਸਮਝਦੇ ਹੋਣ ਵੀ ਸ਼ਾਇਦ ਗੁਰੂ ਸਾਹਿਬ ਜੀ ਸ਼ਰਾਧ ਕਰ ਰਹੇ ਹਨ, ਜਦ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਾਂ ਇਹਨਾਂ ਸਾਰੇ ਹੀ ਵਹਿਮਾਂ ਭਰਮਾਂ ਦੇ ਵਿੱਚੋਂ ਸਾਨੂੰ ਕੱਢਿਆ ਹੈ। ਜੀਵਤ ਪਿੱਤਰ ਨਾ ਮਾਨੈ ਕੋ। ਗੁਰੂ ਸਾਹਿਬ ਸਮਝਾਉਂਦੇ ਨੇ ਕਿ ਭਾਈ, ਜਿੰਨਾ ਚਿਰ ਤੁਹਾਡੇ ਵੱਡੇ ਵਡੇਰੇ ਮਾਤਾ ਪਿਤਾ ਜਿਉਂਦੇ ਨੇ, ਉਦੋਂ ਉਹਨਾਂ ਦੀ ਸੇਵਾ ਕਰਿਆ ਕਰੋ। ਜੀਵਤ ਪਿੱਤਰ ਨਾ ਮਾਨੈ ਕੋ, ਮੂਏ ਸ਼ਰਾਧ ਕਰਾਹੀ। ਤੁਸੀਂ ਮਰਨ ਤੋਂ ਬਾਅਦ ਉਹਨਾਂ ਦੇ ਸ਼ਰਾਧ ਕਰਵਾਉਂਦੇ ਹੋ। ਪਿੱਤਰ ਭੀ ਬਪੁਰੇ, ਕਹੋ ਕਿਉ ਪਾਵੈ। ਉਹਨਾਂ ਪਿੱਤਰਾਂ ਨੂੰ ਕਿਹੜੀਆਂ ਤੁਹਾਡੀਆਂ ਦਿੱਤੀਆਂ ਹੋਈਆਂ ਚੀਜ਼ਾਂ ਵਸਤੂਆਂ ਪਹੁੰਚ ਜਾਂਦੀਆਂ ਨੇ। ਪਿੱਤਰ ਭੀ ਬਪੁਰੇ, ਕਹੋ ਕਿਉ ਪਾਵੈ। ਕਊਆ ਕੂਕਰ ਖਾਹੀ।
ਉਹ ਤੇ ਕਾਂ ਕੁੱਤੇ ਤੇ ਆਦਿਕ ਹੀ ਖਾ ਜਾਂਦੇ ਹਨ। ਫਿਰ ਗੁਰੂ ਜੀ ਧਰਮਸ਼ਾਲ ਵਿੱਚ ਜਾ ਬਿਰਾਜੇ ਸਨ। ਪ੍ਰੇਮ ਸਹਿਤ ਪ੍ਰਭੂ ਦੀ ਮਹਿਮਾ ਵਾਲਾ ਕੀਰਤਨ ਹੋ ਰਿਹਾ ਸੀ। ਸਭ ਪਾਸੇ ਗੁਰੂ ਜੀ ਦੀ ਜੈ ਜੈਕਾਰ ਹੋ ਰਹੀ ਸੀ। ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨਾਲ ਨਿਹਾਲ ਹੋ ਰਹੀਆਂ ਸਨ। ਚਾਰੇ ਪਾਸੇ ਬਹੁਤ ਜ਼ਿਆਦਾ ਭੀੜ ਸੀ। ਮਾਤਾ ਸੁਲੱਖਣੀ ਵੀ ਦੀਨ ਹੋ ਕੇ ਗੁਰੂ ਜੀ ਕੋਲ ਬੈਠੀ ਸੀ, ਬਹੁਤ ਨਿਮਰਤਾ ਭਾਵ ਨਾਲ। ਅਤੇ ਦੋਹਾਂ ਪੁੱਤਰਾਂ ਨੂੰ ਗੁਰੂ ਜੀ ਦੇ ਆਖਰੀ ਦਰਸ਼ਨ ਕਰਨ ਦਾ ਸੱਦਾ ਭੇਜਿਆ ਸੀ, ਪਰ ਉਹਨਾਂ ਨੇ ਮਜ਼ਾਕ ਸਮਝ ਲਿਆ ਕਿ ਗੁਰੂ ਜੀ ਐਵੇਂ ਝੂਠਾ ਕੌਤਕ ਹੀ ਰਚ ਰਹੇ ਹਨ, ਤੇ ਉਹ ਆਏ ਨਹੀਂ। ਲਖਮੀ ਦਾਸ ਤੇ ਸ਼੍ਰੀ ਚੰਦ ਨੂੰ ਆਪਣੇ ਪਿਤਾ ਜੀ ਦੇ ਉੱਤੇ ਵਿਸ਼ਵਾਸ ਹੀ ਹੈ ਨਹੀਂ ਸੀ, ਗੁਰੂ ਨਾਨਕ ਸਾਹਿਬ ਜੀ ਦੇ ਉੱਤੇ। ਤਾਂ ਹੀ ਕਰਕੇ ਜਦੋਂ ਸੁਨੇਹਾ ਘੱਲਿਆ, ਉਹਨਾਂ ਨੇ ਤਾਂ ਹੀ ਜਵਾਬ ਦੇ ਦਿੱਤਾ ਵੀ ਇਸ ਤਰ੍ਹਾਂ ਵੀ ਕਿਤੇ ਹੁੰਦਾ ਵੀ ਕਿਸੇ ਬੰਦੇ ਨੂੰ ਪਹਿਲਾਂ ਹੀ ਪਤਾ ਚੱਲ ਜਾਵੇ ਵੀ ਮੈਂ ਅੱਜ ਚੜ੍ਹਾਈ ਕਰ ਜਾਣੀ ਆ, ਕਾਲ ਚਲਾਣਾ ਕਰ ਜਾਣਾ, ਇਸ ਵਾਸਤੇ ਉਹ ਆਏ ਹੀ ਨਾ। ਅਸੀਂ ਲੋਕ ਉਹਨਾਂ ਦੀ ਪੂਜਾ ਕਰਨ ਵਾਸਤੇ ਲੱਗੇ ਹੋਏ ਆ ਜਿਨ੍ਹਾਂ ਸ਼੍ਰੀ ਚੰਦ ਉਹਨਾਂ ਨੂੰ ਆਪਣੇ ਪਿਤਾ ਦੇ ਉੱਤੇ ਵਿਸ਼ਵਾਸ ਹੀ ਹੈ ਨਹੀਂ ਸੀ। ਅਸੀਂ ਉਹਨਾਂ ਦੇ ਜਨਮ ਦਿਹਾੜਿਆਂ ਦੇ ਕੀਰਤਨ ਤੇ ਗੁਰਮਤਿ ਸਮਾਗਮ ਕਰਵਾਉਂਦੇ ਪਏ ਹਾਂ। ਗੁਰੂ ਜੀ ਨੇ ਉਹਨਾਂ ਦੇ ਨਾਂ ਆਉਣ ਕਰਕੇ ਗੁਰੂ ਸਾਹਿਬ ਜੀ ਚੁੱਪ ਹੋ ਗਏ ਸਨ ਵੀ ਜਿਵੇਂ ਉਹਨਾਂ ਦੀ ਇੱਛਾ, ਨਹੀਂ ਆਏ ਤੇ ਉਹਨਾਂ ਦੀ ਮਰਜ਼ੀ ਹੈ। ਇੱਥੇ ਸਾਧ ਸੰਗਤ ਜੀ, ਇਸ ਅਧਿਆਏ ਦਾ 53 ਨੰਬਰ ਬੰਦ ਅਸੀਂ ਵਿਚਾਰਾਂਗੇ। 55 ਨੰਬਰ ਅਧਿਆਏ ਦਾ 53 ਨੰਬਰ ਬੰਦ। ਸੁਨ ਸੇਵਕ ਗਮਨਿਓ ਤੁਰਤ ਜਾਏ ਕੀਨ ਅਰਦਾਸ, ਤੁਮਹਿ ਬੁਲਾਵਤ ਸਤਿਗੁਰੂ ਉੱਠ ਚਲੀਏ ਤਿਨ ਪਾਸ। ਗੁਰੂ ਜੀ ਦੇ ਬੋਲ ਸੁਣ ਕੇ ਇੱਕ ਸਿੱਖ ਛੇਤੀ ਨਾਲ ਗਿਆ ਅਤੇ ਜਾ ਕੇ ਬੇਨਤੀ ਕਰਦੇ ਹੋਏ ਕਿਹਾ, ਤੁਹਾਨੂੰ ਗੁਰੂ ਜੀ ਬੁਲਾਉਂਦੇ ਹਨ, ਚੱਲੋ ਉੱਠੋ ਤੇ ਉਹਨਾਂ ਕੋਲ ਚੱਲੋ। ਸਮਾ ਸਮਾਵਨ ਕੋ ਅਬੈ ਮਿਲ ਲੀਜੈ ਤਿਨ ਸਾਥ, ਚਹੋ ਜੋ ਕਛ ਬੋਲੋ ਸੁਨੋ ਧਰੋ ਚਰਨ ਪਰਮਾਥ। ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਹੁਣ ਸਮਾਂ ਆ ਗਿਆ ਹੈ, ਉਹਨਾਂ ਨੂੰ ਹੁਣੇ ਮਿਲ ਲਓ। ਜੋ ਤੁਹਾਡੀ ਕੋਈ ਇੱਛਾ ਹੈ ਉਹਨਾਂ ਨੂੰ ਕਹਿ ਸੁਣ ਕੇ ਗੱਲਬਾਤ ਕਰ ਲਵੋ, ਜਾ ਕੇ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕੋ। ਦੋਹਰਾ ਬਦਨ ਬੇਸ ਕੈ ਬਚ ਕਹੇ, ਦਿਵਸ ਸਤਮੀ ਜੈਸ, ਹਮੈ ਬੁਲਾਵਤ ਹੈ ਅਬੈ ਆਜ ਸਮਾਵੈ ਤੈਸ। ਉਹਨਾਂ ਲਖਮੀ ਦਾਸ ਸ਼੍ਰੀ ਚੰਦ ਨੇ ਹੱਸ ਕੇ ਕਿਹਾ, ਜਿਸ ਤਰ੍ਹਾਂ ਸਪਤਮੀ ਵਾਲੇ ਦਿਨ ਸਾਨੂੰ ਬੁਲਾਇਆ ਸੀ, ਉਸੇ ਤਰ੍ਹਾਂ ਹੀ ਅੱਜ ਸਮਾਉਣ ਲੱਗੇ ਹੋਣਗੇ। ਅੱਗਿਓਂ ਮਖੌਲ ਕੀਤਾ ਸਗੋਂ ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਨੂੰ। ਸੋਰਠਾ ਨਹਿ ਆਏ ਤਿਹ ਕਾਲ, ਜਾਨਹਿ ਮਾਨਵ ਆਨ ਜਿਉ, ਏਕੰਕਾਰ ਕਿਰਪਾਲ, ਰੂਪ ਧਰਿਓ ਨਹਿ ਜਾਣਈ। ਉਹ ਦੋਨੋਂ ਹੀ ਉਸ ਵੇਲੇ ਨਾ ਆਏ। ਉਹਨਾਂ ਗੁਰੂ ਜੀ ਨੂੰ ਹੋਰ ਮਨੁੱਖਾਂ ਵਾਂਗ ਹੀ ਆਇਆ ਜਾਣਿਆ। ਗੁਰੂ ਜੀ ਨੇ ਤਾਂ ਕਿਰਪਾਲੂ ਪ੍ਰਭੂ ਏਕੰਕਾਰ ਵਾਹਿਗੁਰੂ ਦਾ ਰੂਪ ਧਾਰਿਆ ਹੋਇਆ, ਉਹਨਾਂ ਇਹ ਨਹੀਂ ਸੀ ਜਾਣਿਆ। ਲਖਮੀ ਦਾਸ ਤੇ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਆਮ ਮਨੁੱਖਾਂ ਵਾਂਗੂ ਹੀ ਜਾਣਦੇ ਰਹੇ, ਭੇਦ ਨਾ ਪਾ ਸਕੇ ਕਿ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹਨ। ਸੁਨ ਕੇ ਤਿਨ ਕੇ ਬਚਨ ਕੋ, ਸਿੱਖ ਐਓ ਗੁਰ ਪਾਸ, ਜਿਹ ਬਿਦ ਤਿਨ ਉੱਤਰ ਦਇਓ, ਕਰਤ ਪਇਓ ਅਰਦਾਸ।
ਉਹਨਾਂ ਦੇ ਇਹ ਕਹੇ ਸ਼ਬਦ ਸੁਣ ਕੇ ਉਹ ਸਿੱਖ ਗੁਰੂ ਜੀ ਦੇ ਕੋਲ ਆ ਗਿਆ ਤੇ ਜਿਸ ਪ੍ਰਕਾਰ ਉਹਨਾਂ ਦੋਨਾਂ ਨੇ ਜਵਾਬ ਦਿੱਤਾ ਸੀ, ਗੁਰੂ ਜੀ ਅੱਗੇ ਬੇਨਤੀ ਕਰਦੇ ਹੋਏ ਦੱਸ ਦਿੱਤਾ। ਸ਼੍ਰੀ ਗੁਰ ਸੁਨ ਤੂਸ਼ਨ ਰਹੇ, ਬੈਠੇ ਸਭਾ ਮਝਾਰ, ਵੇਦ ਸ਼ਬਦ ਤੁਨ ਹੋਵੈ ਰਹੀ, ਦਰਸਹਿ ਲੋਕ ਹਜ਼ਾਰ। ਪਰ ਗੁਰੂ ਜੀ ਸੁਣ ਕੇ ਸੰਗਤ ਵਿੱਚ ਚੁੱਪਚਾਪ ਹੀ ਰਹੇ। ਵੇਦ ਸ਼ਬਦਾਂ, ਗਿਆਨ ਆਦਿਕ ਸ਼ਬਦਾਂ ਦੀ ਧੁਨ ਗੂੰਜ ਰਹੀ ਸੀ ਤੇ ਹਜ਼ਾਰਾਂ ਲੋਕੀ ਗੁਰੂ ਜੀ ਦੇ ਦਰਸ਼ਨ ਕਰ ਰਹੇ ਸਨ। ਇਸ ਤੋਂ ਸਾਨੂੰ ਇਹ ਵੀ ਸਾਧ ਸੰਗਤ ਜੀ ਪਤਾ ਚੱਲਦਾ, ਕਈ ਵਾਰੀ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਮਹਾਨਤਾ, ਉਹਨਾਂ ਦੀ ਜਿਹੜੀ ਵਡਿਆਈ ਆ, ਉਹ ਬਾਹਰਲੇ ਲੋਕੀ ਤੇ ਜਾਣਦੇ ਨੇ। ਜਿਹੜੇ ਆਪਣੀ ਪਰਿਵਾਰ ਦੇ ਮੈਂਬਰ ਹੋਣ, ਉਹ ਕਈ ਵਾਰੀ ਰੱਬ ਦੇ ਪਿਆਰਿਆਂ ਦੀ ਮਹਾਨਤਾ, ਉਹਨਾਂ ਦੀ ਵਡਿਆਈ ਨੂੰ ਨਹੀਂ ਜਾਣਦੇ। ਜਿਵੇਂ ਪੰਜਾਬੀ ਦੇ ਵਿੱਚ ਇੱਕ ਅਖਾਣ ਹੈ, ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਸਿੱਧ ਦਾ ਅਰਥ ਹੁੰਦਾ ਵਾ ਜੋਗ ਸਾਧਨਾ ਦੇ ਵਿੱਚ ਪੁੱਜਾ ਹੋਇਆ ਜੋਗੀ। ਜੇ ਕੋਈ ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ। ਜੇ ਕੋਈ ਤੁਹਾਡੇ ਆਪਣੇ ਘਰ ਦੇ ਵਿੱਚ ਜੁੜੀ ਹੋਈ ਆਤਮਾ ਹੋਵੇ, ਪ੍ਰਭੂ ਜੀ ਦਾ ਸਰੂਪ, ਉਹਨੂੰ ਲੋਕੀ ਐਵੇਂ ਜਾਣ ਛੱਡਦੇ ਨੇ। ਤੇ ਜਿਹੜਾ ਕੋਈ ਬਾਹਰੋਂ ਹੋਵੇ ਉਹਨੂੰ ਕਹਿੰਦੇ ਵੀ ਇਹ ਤੇ ਬਹੁਤ ਪੁੱਜਿਆ ਹੋਇਆ ਜੀ, ਇਹ ਤੇ ਬੜਾ ਮਹਾਨ ਆ। ਇਹ ਸਾਡੇ ਅੰਦਰ ਇੱਕ ਭਰਮ ਬਣਿਆ ਰਹਿੰਦਾ ਵੀ ਜਿਹੜੇ ਦੂਰੋਂ ਆਉਣ ਵਾਲੇ ਨੇ ਉਹ ਬੜੇ ਮਹਾਨ ਨੇ, ਉਹ ਬੜੇ ਚੰਗੇ ਨੇ। ਤਾਂ ਇਹ ਸਾਰਿਆਂ ਪਾਸਿਆਂ ਤੇ ਜਿਹੜੇ ਪਾਸੇ ਮਰਜ਼ੀ ਇਸ ਨੂੰ ਲਗਾ ਕੇ ਦੇਖ ਲਓ। ਭਾਵੇਂ ਕੀਰਤਨ ਦੀ ਗੱਲ ਕਰਨੀ ਹੋਵੇ, ਸਾਡੇ ਆਪਣੇ ਲੋਕਲ ਇਸ ਸ਼ਹਿਰ ਦੇ ਜਾਂ ਇਸ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਜਿਹੜੇ ਰਾਗੀ ਜਥੇ ਨੇ, ਉਹਨਾਂ ਦੀ ਗਿਣਤੀ 30-40 ਹੋਵੇਗੀ। ਅਸੀਂ ਸੋਚਦੇ ਵੀ ਉਹ ਤਾਂ ਬਸ ਐਵੇਂ ਹੀ ਨੇ। ਤੇ ਜਿਹੜੇ ਕੋਈ ਬਾਹਰੋਂ ਬਹੁਤ ਦੂਰੋਂ ਆਉਣ, ਉਹਨਾਂ ਨੂੰ ਲੋਕੀ 11,000 21,000 ਵੀ ਦੇ ਦਿੰਦੇ ਵੀ ਇਹ ਬਹੁਤ ਸੋਹਣਾ ਕੀਰਤਨ ਕਰਦੇ ਆ। ਕਰਦੇ ਉਹ ਵੀ ਗੁਰੂ ਦੀ ਬਾਣੀ ਪੜ੍ਹਦੇ ਆ। ਸਾਡੇ ਮਨ ਵਿੱਚ ਬਸ ਇੱਕ ਉਹ ਸ਼੍ਰੀ ਚੰਦ ਤੇ ਲਖਮੀ ਦਾਸ ਵਾਲੀ ਭਾਵਨਾ ਬਣੀ ਹੋਈ ਨੇ। ਤੇ ਸਾਡੇ ਨੇੜੇ ਰਹਿੰਦੇ ਨੇ ਜੀ, ਇਹ ਤੇ ਬਸ ਇਸ ਤਰ੍ਹਾਂ ਹੀ ਆ। ਉਹ ਜਿਹੜੇ ਦੂਰੋਂ ਆਉਂਦੇ ਨਾ, ਉਹ ਜ਼ਿਆਦਾ ਸਿਆਣੇ ਹੁੰਦੇ ਆ, ਉਹ ਜ਼ਿਆਦਾ ਰਾਗ ਦੇ ਮਾਹਰ ਹੁੰਦੇ ਆ। ਜਿਵੇਂ ਅੱਜ ਲਖਮੀ ਦਾਸ ਤੇ ਸ਼੍ਰੀ ਚੰਦ ਨੇ ਕਹਿ ਦਿੱਤਾ ਵੀ ਇਹ ਤੇ ਇਸ ਤਰ੍ਹਾਂ ਕਰਦੇ ਰਹਿੰਦੇ ਜੀ, ਇਹ ਕਿਹੜਾ ਜੋਤੀ ਜੋਤ ਸਮਾ ਚੱਲੇ। ਆਪਣੇ ਪਿਤਾ ਗੁਰੂ ਨਾਨਕ ਸਾਹਿਬ ਨੂੰ ਇਹ ਗੱਲ ਕਹਿ ਦਿੱਤੀ ਆ। ਉਹਨਾਂ ਨੂੰ ਆਪਣੇ ਪਿਤਾ ਜੀ ਦੀ ਮਹਾਨਤਾ ਦਾ ਨਹੀਂ ਪਤਾ, ਆਪਣੇ ਪਿਤਾ ਜੀ ਦੀ ਵਡਿਆਈ ਦਾ ਨਹੀਂ ਪਤਾ ਵੀ ਇਹ ਤੇ ਰੱਬ ਦਾ ਰੂਪ ਨੇ। ਲਓ ਸਾਧ ਸੰਗਤ ਜੀ, ਅਗਲਾ ਅਧਿਆਇ ਸ਼ੁਰੂ ਕਰੀਏ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਉੱਤਰਾਰਧ ਭਾਗ ਦੂਜਾ, ਅਧਿਆਏ 56 ਨੰਬਰ ਅਧਿਆਏ। ਗੁਰੂ ਮਿਹਰ ਜਾਚਨਾ ਤੇ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਇਸ ਅਧਿਆਏ ਵਿੱਚ ਇਸ ਤਰ੍ਹਾਂ ਜ਼ਿਕਰ ਆਵੇਗਾ। ਸਵਈਆ ਕਰੁਣਾ ਗੁਰ ਜਾਚ ਸਦਾ ਸੁਖ ਦਾ ਮਨ ਘੇਰ, ਬੇਕਾਰ ਕਰੋ ਹਰ ਨਾ, ਹਰ ਨਾ ਭਜਨੋ ਭਾਵ ਕੋ ਕਰਤਾ, ਮਹਿਮਾ ਗੁਣ ਕੈ ਪਰ ਹੋ ਸ਼ਰਨਾ। ਮਨ ਦੇ ਵਿਕਾਰਾਂ ਨੂੰ ਦੂਰ ਕਰੋ, ਸਦਾ ਗੁਰੂ ਜੀ ਦੀ ਮਿਹਰ ਮੰਗੋ। ਇਹੀ ਸਦਾ ਸੁੱਖਾਂ ਦਾ ਦਾਤਾ ਹੈ। ਪਰਮਾਤਮਾ ਨੂੰ ਸਿਮਰਨ ਕਰਨਾ ਹੀ ਸੰਸਾਰ ਨੂੰ ਉਹ ਸੱਤ ਕਰਕੇ ਵਿਖਾਉਂਦਾ ਹੈ। ਇਸ ਲਈ ਗੁਰੂ ਜੀ ਦੇ ਜਸ ਦਾ ਸਿਮਰਨ ਕਰਕੇ ਉਸ ਦੀ ਸ਼ਰਨ ਵਿੱਚ ਜਾ ਪਵੋ। ਸ਼ਰਨ ਮਨ ਆਨ ਹੰਕਾਰ, ਤਜੋ ਥੇਰ ਹੋਤ ਨਹੀਂ ਤਨ ਮੈਂ ਤਰੁਨਾ। ਤਰੁਨਾ ਜਗ ਸਿੰਧ ਸੁਖੈਨ, ਚਾਹੋ ਕਹਿ ਨਾ ਲੱਖ ਬਾਦ ਗਹੋ ਕਰਨਾ। ਮਨ ਨੂੰ ਸ਼ਰਨ ਵਿੱਚ ਲਿਆ ਕੇ ਹੰਕਾਰ ਨੂੰ ਦੂਰ ਕਰੋ।
ਇਸ ਹੰਕਾਰ ਨੂੰ ਦੂਰ ਕੀਤੇ ਬਿਨਾ ਇਹ ਚੰਚਲ ਮਨ ਟਿਕਦਾ ਨਹੀਂ। ਇਹ ਮਨ ਬਸ ਭੱਜਾ ਹੀ ਫਿਰਦਾ, ਕਦੇ ਕਿਤੇ ਕਦੇ ਕਿਤੇ। ਇਹ ਚੰਚਲ ਆ। ਜੇ ਜਗਤ ਰੂਪੀ ਸਮੁੰਦਰ ਨੂੰ ਸੌਖਿਆਂ ਪਾਰ ਕਰਨਾ ਹੈ ਤਾਂ ਕਹਿਣੇ ਨੂੰ ਬਿਰਥਾ ਜਾਣੋ ਤੇ ਕਰਨੇ ਨੂੰ ਪਕੜ ਲਵੋ। ਗੱਲਾਂ ਹੀ ਕਰੀ ਜਾਣੀਆਂ, ਵਿਚਾਰਾਂ ਹੀ ਕਰੀ ਜਾਣੀਆਂ, ਵਿਚਾਰਾਂ ਸੁਣੀ ਹੀ ਜਾਣੀਆਂ। ਬਹੁਤ ਸੁਣ ਲਿਆ। ਜੋ ਸੁਣ ਲਿਆ ਉਹਨੂੰ ਹੁਣ ਕਰਨ ਦੀ ਕੋਸ਼ਿਸ਼ ਕਰੋ। ਇੱਥੇ ਬਾਬਾ ਕਬੀਰ ਸਾਹਿਬ ਜੀ ਦਾ ਉਹ ਹੁਕਮਨਾਮਾ ਸਾਹਿਬ ਯਾਦ ਆ ਜਾਂਦਾ ਹੈ, ਜਿਹਦੇ ਵਿੱਚ ਉਹ ਲਿਖਦੇ ਨੇ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ। ਕੀ ਪੜ੍ਹੀਏ ਤੇ ਕੀ ਵਿਚਾਰੀਏ, ਕਿਹਦੀ ਕਿਹਦੀ ਕਥਾ ਵਿਚਾਰ ਕਰੀਏ, ਕਿੰਨਾ ਕੁ ਪੜ੍ਹੀਏ, ਕਿਹੜੇ ਕਿਹੜੇ ਗ੍ਰੰਥ ਪੜ੍ਹੀਏ। ਜਿਹੜੇ ਪਹਿਲਾਂ ਪੜ੍ਹੇ ਨੇ ਉਹ ਕਿਹੜਾ ਅਸੀਂ ਮੰਨ ਲਏ ਨੇ। ਮੰਨਿਆ ਤੇ ਅਸੀਂ ਅਜੇ ਤੱਕ ਇੱਕ ਓਂਕਾਰ ਨੂੰ ਵੀ ਨਹੀਂ ਆ ਵੀ ਰੱਬ ਇੱਕ ਆ। ਉਹ ਸਾਰਿਆਂ ਦੇ ਵਿੱਚ ਵਸਿਆ ਹੋਇਆ। ਅਜੇ ਤੱਕ ਤੇ ਇਹ ਗੱਲ ਵੀ ਸਾਡੀ ਸਮਝ ਦੇ ਵਿੱਚ ਨਹੀਂ ਆਈ। ਹੋਰ ਦੱਸੋ ਅੱਗੇ ਕੀ ਪੜ੍ਹੀਏ। ਜਪਜੀ ਸਾਹਿਬ ਜੀ ਦਾ ਮੂਲ ਮੰਤਰ ਉਹ ਵੀ ਨਹੀਂ ਅਸੀਂ ਸਮਝ ਸਕੇ, ਨਾ ਉਹਦੇ ਉੱਤੇ ਇੰਪਲੀਮੈਂਟ ਕਰ ਸਕੇ ਹਾਂ, ਨਾ ਉਹਨੂੰ ਜ਼ਿੰਦਗੀ ਦੇ ਵਿੱਚ ਅਸੀਂ ਵਸਾ ਸਕੇ ਹਾਂ। ਹੋਰ ਦੱਸੋ ਕੀ ਪੜ੍ਹੀਏ। ਜਪਜੀ ਸਾਹਿਬ ਉਹ ਤੇ ਜ਼ਿਆਦਾ ਹੀ ਵੱਡਾ ਕੰਮ ਹੈ ਨਾ। ਜਿਸ ਸਿੱਖ ਨੇ, ਜਿਸ ਵੀ ਪ੍ਰਾਣੀ ਗੁਰਮੁਖ ਨੇ ਜਪਜੀ ਸਾਹਿਬ ਨੂੰ ਪੜ੍ਹ ਲਿਆ, ਉਹਨੂੰ ਸਮਝ ਲਿਆ, ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਵਸਾ ਲਿਆ, ਉਹ ਤੇ ਰੱਬ ਦਾ ਰੂਪ ਹੋ ਗਿਆ। ਕਮੀ ਇੱਥੇ ਰਹਿ ਜਾਂਦੀ ਹੈ ਵੀ ਅਸੀਂ ਪੜ੍ਹੀ ਜਾਂਦੇ ਹਾਂ, ਬੋਲੀ ਜਾਂਦੇ ਹਾਂ, ਕਥਾ ਵਿਚਾਰ ਕਰੀ ਜਾਂਦੇ ਹਾਂ, ਸੁਣੀ ਜਾਂਦੇ ਹਾਂ, ਬਸ ਮੰਨਣ ਵਾਸਤੇ ਨਹੀਂ ਤਿਆਰ। ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ। ਇਹ ਪੜ੍ਹ ਪੜ੍ਹ ਕੇ ਤੇ ਸੁਣ ਸੁਣ ਕੇ ਕੀ ਹੋ ਜਾਏਗਾ। ਜੋ ਸਹਿਜ ਨ ਮਿਲਿਓ ਸੋਈ। ਜੇ ਸਾਡੀ ਜ਼ਿੰਦਗੀ ਦੇ ਵਿੱਚ ਸਹਿਜ ਹੀ ਨਾ ਆਇਆ। ਸਹਿਜ ਕਿਹਨੂੰ ਕਹਿੰਦੇ ਨੇ? ਮਨ ਦੀ ਟਿਕਾਓ ਵਾਲੀ ਅਵਸਥਾ। ਜੇ ਇੰਨਾ ਕੁਝ ਪੜ੍ਹ ਪੜ੍ਹ ਕੇ ਤੇ ਸੁਣ ਸੁਣ ਕੇ ਅਸੀਂ ਟਿਕੇ ਹੀ ਨਾ, ਫਿਰ ਸਾਡਾ ਪੜ੍ਹਨ ਦਾ ਤੇ ਸੁਣਨ ਦਾ ਕੀ ਫਾਇਦਾ ਹੋਇਆ। ਸਹਿਜ ਅਵਸਥਾ, ਜਿੱਥੇ ਮਾਇਆ ਦੇ 3 ਗੁਣ ਸਾਡੇ ਉੱਤੇ ਹਾਵੀ ਨਾ ਹੋ ਸਕਣ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਸ ਤੋਂ ਬਾਅਦ ਜਿਹੜੀ ਅਵਸਥਾ ਉਹਨੂੰ ਕਹਿੰਦੇ ਨੇ ਅਫੁਰ ਅਵਸਥਾ, ਉਹਨੂੰ ਕਹਿੰਦੇ ਨੇ ਚੌਥਾ ਪਦ। ਉਹ ਅਵਸਥਾ ਜਿਹੜੀ ਹੈ ਨਾ, ਜੇ ਉਹ ਨਾ ਪ੍ਰਾਪਤ ਹੋਈ, ਜੇ ਇੰਨਾ ਕੁਝ ਪੜ੍ਹ ਸੁਣ ਕੇ ਵੀ ਸਾਡਾ ਮਨ ਟਿਕਿਆ ਹੀ ਨਾ, ਫਿਰ ਅਸੀਂ ਇਹਦਾ ਮਤਲਬ ਕੁਛ ਵੀ ਨਹੀਂ ਪੜ੍ਹਿਆ। ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਹਰ ਕਾ ਨਾਮ ਨ ਜਪਸ ਗਵਾਰਾ, ਮੂਰਖਾ ਗਵਾਰਾ। ਤੂੰ ਰੱਬ ਜੀ ਦਾ ਨਾਮ ਤੇ ਜਪਦਾ ਕੋਈ ਨਹੀਂ ਹੈ। ਨਾਮ ਜਪਣ ਦਾ ਭਾਵ ਤੂੰ ਗੁਰੂ ਜੀ ਦੇ ਹੁਕਮ ਤੇ ਮੰਨਦਾ ਕੋਈ ਨਹੀਂ ਹੈ। ਗੁਰੂ ਜੀ ਦਾ ਹੁਕਮ ਨਹੀਂ ਨਾ ਮੰਨਦਾ। ਅਸਲ ਵਿੱਚ ਨਾਮ ਜਪਣ ਦਾ ਅਰਥ ਸੀ ਗੁਰੂ ਜੀ ਦੇ ਹੁਕਮ ਨੂੰ ਮੰਨਣਾ। ਅਸੀਂ ਸੋਚਿਆ ਵੀ ਸ਼ਾਇਦ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ ਕਰਨਾ ਹੀ ਰੱਬ ਜੀ ਦਾ ਨਾਮ ਜਪਣਾ ਵਾ, ਤੇ ਉੱਚੀ ਉੱਚੀ ਪੂਰਾ ਜ਼ੋਰ ਲਾ ਲਾ ਕੇ ਇੰਨੇ ਉੱਚੀ ਆਵਾਜ਼ ਵਿੱਚ ਵੀ ਅਗਲਿਆਂ ਦੇ ਸਿੱਧਾ ਜਾ ਕੇ ਕੰਨਾਂ ਦੇ ਵਿੱਚ ਵੱਜਣਾ। ਇਹਨੂੰ ਡਿਸਟੋਰਸ਼ਨ ਕਹਿੰਦੇ ਨੇ, ਇਹਨੂੰ ਵੌਇਸ ਪੋਲੂਸ਼ਨ ਕਹਿੰਦੇ ਨੇ। ਬਹੁਤ ਰੱਬ ਗੁਰਬਾਣੀ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਸਾਨੂੰ ਹਰ ਗੱਲ ਦਾ ਜਵਾਬ ਦਿੱਤਾ ਹੋਇਆ। ਭਲਿਆ
ਜਿਵੇਂ ਜਿਵੇਂ ਤੂੰ ਰੱਬ ਜੀ ਦਾ ਨਾਮ ਜਪਦਾ, ਤੇਰੇ ਵਿੱਚ ਸਹਿਜ ਅਵਸਥਾ ਆਉਣੀ ਚਾਹੀਦੀ ਸੀ। ਤੇਰੇ ਵਿੱਚ ਮਨ ਦਾ ਟਿਕਾ ਆਉਣਾ ਚਾਹੀਦਾ ਸੀ। ਤੂੰ ਜਿਵੇਂ ਜਿਵੇਂ ਜਪਦਾ ਹੈ, ਤਿਵੇਂ ਤਿਵੇਂ ਨਾਮ ਘੱਟ ਲੱਗਦਾ। ਇਸ ਤਰ੍ਹਾਂ ਲੱਗਦਾ ਜਿਵੇਂ ਤੂੰ ਬਹੁਤ ਉੱਚੀ ਉੱਚੀ ਰੌਲਾ ਪਾ ਰਿਹਾ ਹੋਵੇਂ। ਇੰਨਾ ਉੱਚੀ ਉੱਚੀ ਜਪ ਕੇ ਤੂੰ ਸੁਣਾਉਣਾ ਕਿਹਨੂੰ ਚਾਹੁੰਦਾ ਹੈ? ਕਿ ਰੱਬ ਕਿਤੇ ਬੋਲਾ ਹੈ? ਬਾਬਾ ਜੀ ਨੇ ਤਾਂ ਬਾਣੀ 'ਚ ਲਿਖਿਆ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ। ਰੱਬ ਕਿਤੇ ਬੋਲਾ ਵਾ? ਬਹਿਰਾ ਮੀਨਸ ਰੱਬ ਕਿਤੇ ਬੋਲਾ ਵਾ? ਜਿਹੜੇ ਮੁਸਲਮਾਨ ਭਰਾ ਸੀ, ਉਹਨਾਂ ਮਸੀਤ ਦੇ ਉੱਤੇ ਚੜ੍ਹ ਕੇ ਆਵਾਜ਼ ਦਿੰਦੇ ਹੁੰਦੇ ਸੀ ਵੀ ਨਮਾਜ਼ ਦਾ ਟਾਈਮ ਹੋ ਗਿਆ ਵਾ, ਤੇ ਆਓ ਮਸੀਤ ਦੇ ਵਿੱਚ ਨਮਾਜ਼ ਪੜ੍ਹੀਏ। ਇਸ ਤਰ੍ਹਾਂ ਆਵਾਜ਼ ਦਿੰਦੇ ਹੁੰਦੇ ਸੀ। ਉਸ ਤੋਂ ਬਾਅਦ ਫਿਰ ਐਂਪਲੀਫਾਇਰ ਆ ਗਿਆ, ਇਹ ਸੈੱਟ ਆ ਗਿਆ ਬਿਜਲੀ ਵਾਲੇ, ਇਹਨਾਂ ਨਾਲ ਆਵਾਜ਼ ਜ਼ਿਆਦਾ ਹੋ ਜਾਂਦੀ। ਫਿਰ ਉਹ ਅਨਾਉਂਸਮੈਂਟ ਕਰ ਦਿੰਦੇ ਆ। ਉਹਨਾਂ ਨੇ ਵੀ ਵੇਖਿਆ ਵੀ ਇਹਨਾਂ ਨੇ ਮਸੀਤ 'ਚ ਘੱਟ ਹੀ ਆਉਂਦੇ ਨੇ, ਕਿਉਂ ਨਾ ਇਹਨਾਂ ਨੂੰ ਜਿਹੜੀ ਨਮਾਜ਼ ਆ ਉਹ ਸਪੀਕਰ ਰਾਹੀਂ ਸੁਣਾ ਦਈਏ। ਕਿਉਂਕਿ ਨਮਾਜ਼ ਇੱਕ ਅੱਧੀ ਹੋਵੇ ਤੇ ਤਾਂ ਵੀ ਉਹ ਤਾਂ 5 ਨੇ, ਤੇ ਦਿਨ ਦੇ ਵਿੱਚ 5 ਵਾਰੀ ਮਸੀਤ 'ਚ ਕੌਣ ਆਵੇ? ਇੱਥੇ ਤੇ ਇੱਕ ਵਾਰੀ ਨਹੀਂ ਆਇਆ ਜਾਂਦਾ। ਕਿੰਨਾ ਮੁਸ਼ਕਿਲ ਕੰਮ ਆ। ਗੁਰਬਾਣੀ ਵਿੱਚ ਲਿਖਿਆ, ਕਬਹੀ ਫਰੀਦਾ, ਉਹ ਬਾਬਾ ਫਰੀਦ ਸਾਹਿਬ ਜੀ ਨੇ ਵੀ ਲਿਖਿਆ, ਬਾਬਾ ਕਬੀਰ ਸਾਹਿਬ ਜੀ ਨੇ ਵੀ ਲਿਖਿਆ, ਫਰੀਦਾ ਬੇਨਿਵਾਜਾ, ਤੂੰ ਨਮਾਜ਼ ਨਹੀਂ ਪੜ੍ਹਦਾ ਕੁੱਤਿਆ। ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ। ਇਹ ਜਿਹੜਾ ਤੂੰ ਰੀਤ ਤੋਰ ਲਈ ਨਾ, ਜਿਹੜਾ ਤੂੰ ਕੰਮ ਫੜ ਲਿਆ, ਚੰਗਾ ਨਹੀਂ ਹੈ। ਮਸੀਤ 'ਚ ਕਿਉਂ ਨਹੀਂ ਆਉਂਦਾ ਜਦੋਂ ਨਮਾਜ਼ ਦਾ ਟਾਈਮ ਹੁੰਦਾ? ਮਸੀਤ 'ਚ ਕਿਉਂ ਨਹੀਂ ਆਉਂਦਾ? ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ। ਕਬਹੀ ਚੱਲ ਨਾ ਆਇਆ, ਪੰਜੇ ਵਕਤ ਮਸੀਤ। 5 ਟਾਈਮ ਮਸੀਤ 'ਚ ਕਿਉਂ ਨਹੀਂ ਆਉਂਦਾ? ਉਹਨੇ ਕਿਹਾ ਜੀ ਮੇਰੀ ਮਰਜ਼ੀ, ਮੈਂ ਨਹੀਂ ਆਉਂਦਾ, ਮੇਰੇ ਕੋਲ ਟਾਈਮ ਹੀ ਨਹੀਂ ਹੈਗਾ। ਅੱਜ ਤੋਂ 16 ਸਾਲ ਪਹਿਲਾਂ ਮੈਨੂੰ ਪਾਕਿਸਤਾਨ ਲਾਹੌਰ ਜਾਣ ਦਾ ਮੌਕਾ ਮਿਲਿਆ। ਲਾਹੌਰ ਦੇ ਉੱਥੇ ਨੇੜੇ ਹੀ ਬਾਜ਼ਾਰ ਆ, ਅਨਾਰਕਲੀ ਬਾਜ਼ਾਰ। ਸ਼ਾਮ ਦਾ ਸਮਾਂ ਸੀ। ਉਹਨਾਂ ਨੇ ਕੀ ਕੀਤਾ ਵੀ ਸਾਡੇ ਜਿਹੜੇ ਭਰਾ ਸੀ ਨਾ, ਸਿੱਖ ਭਰਾ, ਉਹ ਕਹਿੰਦੇ ਇੱਥੋਂ ਜੁੱਤੀਆਂ ਬੜੀਆਂ ਵਧੀਆ ਮਿਲਦੀਆਂ। ਸਾਡੇ ਲੋਕੀ ਜਿੱਥੇ ਜਾਂਦੇ ਜੁੱਤੀਆਂ ਹੀ ਲੱਭਦੇ ਆ। ਇੱਕ ਵਿਦਵਾਨ ਨੇ ਲਿਖਿਆ, ਅੱਜ ਦੇ ਸਮੇਂ ਦੀ ਹਾਲਤ ਕੀ ਬਣ ਗਈ ਆ ਵੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਨੇ ਨਾ ਕਿਤਾਬਾਂ, ਮੈਗਜ਼ੀਨ, ਅਖਬਾਰਾਂ, ਜਿੱਥੋਂ ਮਿਲਣਾ ਸੀ ਗਿਆਨ, ਉਹਨਾਂ ਦੀਆਂ ਢੇਰੀਆਂ ਸੜਕਾਂ ਦੇ ਫੁੱਟਪਾਥ ਦੇ ਉੱਤੇ ਲੱਗੀਆਂ ਹੋਈਆਂ ਨੇ। ਉਹ ਸੜਕਾਂ ਤੇ ਢੇਰੀਆਂ ਲੱਗੀਆਂ। ਜਦੋਂ ਦਿੱਲੀ ਤੇ ਆਦਿਕ ਵਿੱਚ ਵੀ ਕਿਤਾਬਾਂ ਦੇ ਬਾਜ਼ਾਰ ਲੱਗਦੇ ਨੇ ਨਾ, ਸੜਕਾਂ ਦੇ ਕੰਢੇ ਤੇ ਢੇਰੀਆਂ ਲੱਗ ਜਾਂਦੀਆਂ। ਭਾਵ ਲੋਕੀ ਗਿਆਨ ਦੀ ਵੈਲਿਊ ਨੂੰ, ਗਿਆਨ ਦੀ ਮਹਾਨਤਾ ਨੂੰ ਭੁੱਲ ਗਏ ਨੇ। ਜਦੋਂ ਕਿਤਾਬਾਂ ਵਿਕਣ ਲੱਗ ਜਾਣ ਸੜਕਾਂ ਦੇ ਉੱਤੇ, ਤੇ ਜੁੱਤੀਆਂ ਵਿਕਣ ਲੱਗ ਜਾਣ ਸ਼ੋਅਰੂਮਾਂ ਦੇ 'ਚ, ਸ਼ੀਸ਼ਿਆਂ ਦੇ ਵਿੱਚ, ਇਹਦਾ ਭਾਵ ਇਹ ਬਣਦਾ ਵੀ ਲੋਕਾਂ ਨੂੰ ਹੁਣ ਕਿਤਾਬਾਂ ਦੀ ਲੋੜ ਨਹੀਂ, ਇਹਨਾਂ ਨੂੰ ਹੁਣ ਜੁੱਤੀਆਂ ਦੀ ਲੋੜ ਜ਼ਿਆਦਾ। ਉਹ ਲਾਹੌਰ ਵੀ ਜਾਂਦੇ, ਜਦੋਂ ਲੋਕੀ ਉੱਥੇ ਜਾ ਕੇ ਜੁੱਤੀਆਂ ਹੀ ਖਰੀਦਦੇ, ਕਹਿੰਦੇ ਇਹਨਾਂ ਦੇ ਥੱਲੇ ਬੜੇ ਮਜ਼ਬੂਤ ਹੁੰਦੇ ਆ। ਉਹ ਲਾਹੌਰ ਗਏ, ਸਾਡੇ ਆਪਣੇ ਸੰਗੀ ਸਾਥੀ, ਉਹ ਮੁਸਲਮਾਨਾਂ ਦੀਆਂ ਜੁੱਤੀਆਂ ਦੀਆਂ ਦੁਕਾਨਾਂ ਲੱਭਦੇ, ਫਿਰ ਉਹਨਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਇੱਕ ਨੂੰ ਪੁੱਛਿਆ ਵੀ ਤੁਹਾਡੇ ਗਾਹਕ ਆਏ ਆ ਪੰਜਾਬ ਤੋਂ, ਇੰਡੀਆ ਤੋਂ, ਤੇ ਦੁਕਾਨਾਂ ਕੋ ਬੰਦ ਕਰਤੀਆਂ? ਉਹ ਕਹਿੰਦੇ ਸਾਡਾ ਨਮਾਜ਼ ਦਾ ਟਾਈਮ ਹੋ ਗਿਆ। ਪਹਿਲਾਂ ਅਸੀਂ ਨਮਾਜ਼ ਪੜ੍ਹਾਂਗੇ, ਉਹ ਤੋਂ ਬਾਅਦ ਕਾਰੋਬਾਰ ਕਰਾਂਗੇ, ਵਪਾਰ ਉਹ ਤੋਂ ਬਾਅਦ 'ਚ।
ਤਾਂ ਵੀ ਉਹ ਲੋਕੀ ਆਪਣੇ ਨਮਾਜ਼ ਦੇ ਤੇ ਪੱਕੇ ਨੇ। ਹੋ ਸਕਦਾ ਸਾਰੇ ਨਹੀਂ, ਵਿੱਚੋਂ ਹੋਣਗੇ ਜਿਹੜੇ ਨਹੀਂ ਵੀ ਪੜ੍ਹਦੇ। ਤੇ ਬਾਬਾ ਫਰੀਦ ਸਾਹਿਬ ਜੀ ਲਿਖਦੇ, ਤੂੰ ਕਿਹੜੀ ਰੀਤ ਫੜ ਲਈ ਆ? ਉਹਨਾਂ ਆਵਾਜ਼ ਦੇਣੀ ਪੈਂਦੀ ਸੀ, ਤਾਂ ਕਰਕੇ ਉਹਨਾਂ ਨੂੰ ਮੁਸਲਮਾਨਾਂ ਨੂੰ ਅਲਰਟ ਕਰਨਾ ਪੈਂਦਾ ਸੀ। ਆਵਾਜ਼ ਤਾਂ ਕਰਕੇ ਥੋੜ੍ਹੀ ਦਿੰਦੇ ਸੀ ਵੀ ਮੈਂ ਇੱਥੋਂ ਹੀ ਨਮਾਜ਼ ਪੜ੍ਹ ਦਿੰਦਾ, ਤੁਸੀਂ ਆਪਣੇ ਘਰੇ ਹੀ ਪਏ ਪਏ ਸੁਣ ਲਿਓ। ਘਰੇ ਤੇ ਉਹ ਸੁਣ ਸਕਦਾ ਨਾ ਜਿਹੜਾ ਨਾ ਚੱਲ ਫਿਰ ਕੇ ਆ ਸਕਦਾ ਹੋਵੇ। ਜਿਵੇਂ ਹੁਣ ਇਹ ਵੇਖੋ ਜ਼ਿਕਰ ਆਇਆ ਪਿਛਲੇ ਅਧਿਆਏ ਦੇ ਵਿੱਚ, ਜਿਨ੍ਹਾਂ ਲੋਕਾਂ ਦੇ ਵਿੱਚ ਚੱਲਣ ਦੀ ਤਾਕਤ ਨਹੀਂ ਸੀ, ਆ ਪਿਛਲੇ ਅਧਿਆਏ ਵਿੱਚ ਅਜੇ ਹੁਣੇ ਪੜ੍ਹਿਆ ਆਪਾਂ 10 ਕੁ ਮਿੰਟ ਪਹਿਲਾਂ, ਜਿਨ੍ਹਾਂ ਲੋਕਾਂ ਦੀਆਂ ਲੱਤਾਂ ਵੀ ਕੰਮ ਨਹੀਂ ਸੀ ਕਰਦੀਆਂ, ਉਹਨਾਂ ਨੇ ਵੀ ਸੋਚਿਆ ਚਲੋ ਜਾ ਕੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰ ਆਈਏ, ਉਹਨਾਂ ਦੇ ਆਖਰੀ ਦਰਸ਼ਨ ਕਰ ਆਈਏ। ਉਹ ਵੀ ਕੋਸ਼ਿਸ਼ ਕਰ ਕਰਕੇ ਕਹਿ ਲਓ, ਕੰਧਾਂ ਨੂੰ ਹੱਥ ਪਾ ਕੇ ਕਹਿ ਲਓ, ਸੋਟੀ ਦਾ ਸਹਾਰਾ, ਖੂੰਡੀ ਦਾ ਸਹਾਰਾ ਲੈ ਲੈ ਕੇ ਉਹਨਾਂ ਨੇ ਵੀ ਜਾ ਕੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ। ਇਹ ਸਪੀਕਰ ਇਤਿਆਦਿਕ ਉਹਨਾਂ ਵਾਸਤੇ ਬਣੇ ਆ ਜਿਹੜੇ ਤੁਰ ਫਿਰ ਨਹੀਂ ਸਕਦੇ, ਜਿਨ੍ਹਾਂ ਨੂੰ ਡਾਕਟਰਾਂ ਨੇ ਬੈੱਡ ਰੈਸਟ ਦੱਸੀ ਹੋਈ ਆ ਵੀ ਜੇ ਤੁਸੀਂ ਮੰਜੇ ਤੋਂ ਉੱਠੇ ਤੇ ਤੁਹਾਡੇ ਤੇ ਉਹ ਰੀੜ੍ਹ ਦੀ ਹੱਡੀ ਦੇ ਮਣਕੇ ਲਿਜਾਣੇ ਆ। ਇਹ ਸਪੀਕਰ ਉਹਨਾਂ ਵਾਸਤੇ ਸੀ। ਇਹ ਸਪੀਕਰ ਚੰਗੇ ਭਲੇ ਬੰਦਿਆਂ ਵਾਸਤੇ ਥੋੜ੍ਹੀ ਸੀ। ਇਸੇ ਤਰ੍ਹਾਂ ਹੀ ਕੜਾਹ ਪ੍ਰਸ਼ਾਦ ਆ। ਕਈ ਵਾਰੀ ਅਸੀਂ ਉਹ ਕੜਾਹ ਪ੍ਰਸ਼ਾਦ ਕਰਵਾਉਂਦੇ ਆ ਤੇ ਉਹ ਘਰ ਵਾਲਿਆਂ ਵਾਸਤੇ ਲੈ ਕੇ ਜਾਂਦੇ ਆ। ਘਰ ਦੇ ਵਿੱਚ ਜਿਹੜੇ ਬਿਮਾਰ ਪਏ ਉਹਨਾਂ ਵਾਸਤੇ ਲੈ ਕੇ ਜਾਇਆ ਕਰੋ। ਜਿਹੜੇ ਚੱਲ ਫਿਰ ਸਕਦੇ ਉਹਨਾਂ ਨੂੰ ਕਿਹਾ ਕਰੋ, ਪੁੱਤਰ ਜਾ ਕੇ ਮੱਥਾ ਟੇਕ ਤੇ ਪ੍ਰਸ਼ਾਦ ਲੈ ਉੱਥੇ ਜਾ ਕੇ, ਮੈਂ ਤੇਰੇ ਵਾਸਤੇ ਕਿਉਂ ਲੈ ਕੇ ਜਾਵਾਂ। ਜਾਂ ਕੋਈ ਬੰਦਾ ਆਊਟ ਆਫ ਸਟੇਸ਼ਨ ਬੜੀ ਦੂਰੋਂ ਕੋਈ ਆਇਆ ਹੋਵੇ ਨਾ, ਉਹ ਸ਼ਰਧਾ ਨਾਲ ਉਹ ਲਿਜਾ ਸਕਦਾ। ਇਹ ਨਹੀਂ ਵੀ ਗੁਰਦੁਆਰੇ ਦੇ ਲਾਗੇ ਰਹਿਣ ਵਾਲੀ ਅਸੀਂ ਜਾ ਕੇ ਬੱਚਿਆਂ ਨੂੰ ਜੀ ਪ੍ਰਸ਼ਾਦ ਦੇਣਾ। ਬੱਚਿਆਂ ਨੂੰ ਗੁਰਦੁਆਰਾ ਸਾਹਿਬ ਘੱਲੋ, ਜਿਹੜਾ ਬੈੱਡ ਤੇ ਪਿਆ ਉਹਦੇ ਵਾਸਤੇ ਬੇਸ਼ੱਕ ਲੈ ਜਾਓ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਹੇ ਭਾਈ, ਤੇਰੇ ਵਿੱਚ ਸਹਿਜ ਅਵਸਥਾ ਹੋਣੀ ਚਾਹੀਦੀ ਸੀ, ਤੇਰੇ ਵਿੱਚ ਮਨ ਦਾ ਟਿਕਾਓ ਆਉਣਾ ਚਾਹੀਦਾ ਸੀ। ਜਿਹੜੇ ਗੁਰਮੁਖ ਪਿਆਰੇ ਉਹਨਾਂ ਦਾ ਤੇ ਰੌਲਾ ਖਤਮ ਹੋ ਜਾਂਦਾ ਵਾ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਜਿਹ ਕਾਰਨ ਤੂੰ ਬਾਂਗ ਦੇਹ, ਦਿਲ ਹੀ ਭੀਤਰ ਜੋਏ। ਆਪਣੇ ਦਿਲ ਦੇ ਵਿੱਚ ਆਪਣੇ ਅੰਦਰ ਆਵਾਜ਼ ਮਾਰਿਆ ਕਰ। ਐਵੇਂ ਬਹੁਤਾ ਰੌਲਾ ਪਾਉਣ ਦੀ ਜ਼ਰੂਰਤ ਨਹੀਂ ਹੈ। ਜਿਹੜੀ ਗੁਰੂ ਸਾਹਿਬ ਜੀ ਦੀ ਸਿੱਖਿਆ ਸੁਣੀ ਹੈ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਓ। ਜੇ ਜਗਤ ਰੂਪੀ ਸਮੁੰਦਰ ਨੂੰ ਸੌਖਿਆਂ ਪਾਰ ਕਰਨਾ ਹੈ ਤਾਂ ਕਹਿਣੇ ਨੂੰ ਬਿਰਥਾ ਜਾਣੋ ਤੇ ਕਰਨੇ ਨੂੰ ਪਕੜ ਲਵੋ। ਕਹਿਣੇ ਨੂੰ ਬਿਰਥਾ ਜਾਣੋ ਤੇ ਕਰਨੇ ਨੂੰ ਪਕੜ ਲਵੋ। ਭਾਵ ਸਾਡਾ ਜ਼ਿਆਦਾ ਜਿਹੜਾ ਜ਼ੋਰ ਉਹ ਕਰਨੇ ਵਾਲੇ ਪਾਸੇ ਹੋਣਾ ਚਾਹੀਦਾ ਵਾ। ਉਹ ਸਾਡੇ ਵਿੱਚੋਂ ਘਟਦਾ ਜਾ ਰਿਹਾ। ਬਸ ਸਾਡਾ ਬਹੁਤਾ ਜਿਹੜਾ ਨਾ ਮਨ ਮੁਖ ਕਥਨੀ ਹੈ, ਪਰ ਰਹਿਤ ਨਾ ਹੋਈ। ਜਿਹੜੇ ਮਨਮੁਖ ਨੇ ਸਾਡੇ ਵਰਗੇ, ਇਹਨਾਂ ਦਾ ਬਸ ਕਥਨੀ ਹੀ ਕਥਨੀ ਹੈ, ਰਹਿਤ ਨਹੀਂ ਰਹਿ ਗਈ। ਜੋ ਕਹਿਣਾ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਉਣਾ ਨਹੀਂ। ਇੱਧਰਲੇ ਪਾਸੇ ਸਾਨੂੰ ਜ਼ਿਆਦਾ ਜ਼ੋਰ ਦੇਣਾ ਚਾਹੀਦਾ। ਇੱਕ ਸਿੱਖ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਸਿੱਖਾ ਆਨੰਦ ਸਾਹਿਬ ਦਾ ਪਾਠ ਸੁਣਾ। ਉਹਨੇ ਸ਼ੁਰੂ ਕੀਤਾ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਹ ਇੰਨੇ ਜ਼ਿਆਦਾ ਪਿਆਰ ਨਾਲ ਉਹਨੇ ਪੜ੍ਹਿਆ, ਉਹ ਇੱਥੇ ਹੀ ਟਿਕ ਗਿਆ। ਮਹਾਰਾਜ ਕਹਿੰਦੇ ਗਾਂ ਪੜ੍ਹ, ਉਹ ਕਹਿੰਦਾ ਜੀ ਗਾਂ ਲੋੜ ਹੀ ਨਹੀਂ, ਇੰਨਾ ਹੀ ਬਹੁਤ ਆ। ਇਸ ਪੰਕਤੀ ਵਿੱਚ ਹੀ ਗੁਰੂ ਸਾਹਿਬ ਸਾਰਾ ਕੁਛ ਆ ਗਿਆ। ਹੇ ਮੇਰੀ ਮਾਂ, ਮੇਰੀ ਜ਼ਿੰਦਗੀ ਵਿੱਚ ਕਿੰਨਾ ਜ਼ਿਆਦਾ ਆਨੰਦ ਪੈਦਾ ਹੋ ਗਿਆ, ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਆ, ਸਤਿਗੁਰੂ ਦੀ ਪ੍ਰਾਪਤੀ ਹੋ ਗਈ ਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਗੁਰਤਾ ਗੱਦੀ ਦੇ ਉੱਤੇ ਮੇਰੇ ਸਾਹਮਣੇ ਬਿਰਾਜਮਾਨ ਹੋ, ਤੁਹਾਡੇ ਦਰਸ਼ਨ ਹੋ ਰਹੇ ਹਨ। ਮੇਰੇ ਵੱਡੇ ਭਾਗ ਨੇ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ, ਤਾਂ ਕਰਕੇ ਸਤਿਗੁਰੂ ਜੀ ਹੁਣ ਤਾਂ ਆਨੰਦ ਹੀ ਆਨੰਦ ਹੈ। ਅਤੇ ਜਦੋਂ ਫਿਰ ਆਨੰਦ ਹੀ ਆਨੰਦ ਹੋਵੇ, ਉਦੋਂ ਤਾਂ ਫਿਰ ਗੱਚ ਭਰ ਆਉਂਦਾ, ਉਦੋਂ ਤਾਂ ਫਿਰ ਕੰਠ ਗਲਾ ਰੁਕ ਜਾਂਦਾ, ਉਦੋਂ ਤਾਂ ਫਿਰ ਕਿਸੇ ਦੇ ਕੋਲੋਂ ਕੁਛ ਬੋਲਿਆ ਹੀ ਨਹੀਂ ਜਾਂਦਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ, ਮੈਨੂੰ ਇਹੋ ਇੱਕੋ ਹੀ ਪੰਕਤੀ ਬਖਸ਼ਿਸ਼ ਕਰੋ, ਇਹਨੂੰ ਮੇਰੀ ਜ਼ਿੰਦਗੀ ਵਿੱਚ ਵਸਾ ਦਿਓ, ਵਸਾ ਦਿਓ, ਮੈਨੂੰ ਤੁਹਾਡੀ ਪ੍ਰਾਪਤੀ ਹੋਈ ਰਵੇ। ਅਸੀਂ ਪਤਾ ਨਹੀਂ ਸਾਰਾ ਹੀ ਆਨੰਦ ਸਾਹਿਬ ਕਿੰਨੀ ਵਾਰੀ, ਹਜ਼ਾਰਾਂ ਵਾਰੀ ਪੜ੍ਹ ਦਿੱਤਾ ਹੋਣਾ। ਉਹ ਗੁਰੂ ਦਾ ਪਿਆਰਾ ਉੱਥੇ ਹੀ ਟਿਕ ਗਿਆ, ਕਹਿੰਦਾ ਮਹਾਰਾਜ ਇਹੋ ਹੀ ਮੇਰੀ ਜ਼ਿੰਦਗੀ 'ਚ ਵਸਾ ਦਿਓ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਬਾਕੀ ਸਾਰਾ ਕੁਝ ਆਪਣੇ ਆਪ ਹੀ ਹੋਈ ਜਾਣਾ। ਤੋ ਇੱਥੇ ਭਾਈ ਸਾਹਿਬ ਲਿਖਦੇ, ਕਹਿੰਦੇ ਇਸ ਹੰਕਾਰ ਨੂੰ ਦੂਰ ਕੀਤੇ ਬਿਨਾ ਇਹ ਚੰਚਲ ਮਨ ਟਿਕਦਾ ਨਹੀਂ। ਜੇ ਜਗਤ ਰੂਪੀ ਸਮੁੰਦਰ ਨੂੰ ਸੌਖਿਆਂ ਪਾਰ ਕਰਨਾ ਹੈ, ਤਾਂ ਕਹਿਣੇ ਨੂੰ ਬਿਰਥਾ ਜਾਣੋ ਤੇ ਕਰਨੇ ਨੂੰ ਪਕੜ ਲਵੋ। ਕਰਨੀ ਪ੍ਰਧਾਨ ਹੈ, ਉੱਚੇ ਸੁੱਚੇ ਆਚਰਨ ਵਾਲੇ ਬਣੀਏ। ਗੁਰੂ ਸਾਹਿਬ ਜੀ ਜਿਹੜੇ ਉਪਦੇਸ਼ ਦਿੰਦੇ ਨੇ, ਉਹਨਾਂ ਉਪਦੇਸ਼ਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਈਏ। ਗੁਰੂ ਸਾਹਿਬ ਜੀ ਦੇ ਬਚਨਾਂ ਦੀ ਕਮਾਈ ਕਰੀਏ, ਫਿਰ ਅਨੇਕਾਂ ਹੀ ਬਖਸ਼ਿਸ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਣ। ਅਸੀਂ ਬਸ ਸਾਰਾ ਜ਼ੋਰ ਕਹਿਣ ਦੇ ਉੱਤੇ ਹੀ ਲਾਇਆ ਹੋਇਆ, ਕਹਿਣ ਦੇ ਉੱਤੇ ਹੀ ਲਾਇਆ ਹੋਇਆ। ਅੱਜ ਮੈਂ ਇੱਕ ਮੈਸੇਜ ਪੜ੍ਹਿਆ, ਉੱਥੇ ਲਿਖਿਆ ਜੀ ਹੈ 26 ਜਨਵਰੀ ਨੂੰ ਤੇ ਬਾਬਾ ਦੀਪ ਸਿੰਘ ਜੀ ਦਾ ਸ਼ਾਇਦ ਪਤਾ ਨਹੀਂ, ਉਹ ਲਿਖਿਆ 339 ਸਾਲਾ ਉਹਨਾਂ ਦਾ ਜਨਮ ਦਿਹਾੜਾ ਸੀ। ਹੁਣ ਬਾਬਾ ਜੀ ਕਹਿੰਦੇ ਵੀ ਉਹਨਾਂ ਦੇ ਸ਼ਹੀਦੀ ਦਿਹਾੜੇ ਤੱਕ ਸਾਰੀ ਸੰਗਤ 339 ਵਾਰੀ ਮੂਲ ਮੰਤਰ ਦਾ ਪਾਠ ਕਰੋ। ਐਵੇਂ ਬਸ ਜਿਵੇਂ ਕਿਸੇ ਦੇ ਮਨ 'ਚ ਆਉਂਦਾ, ਉੱਦਾਂ ਦੇ ਮੈਸੇਜ ਬਣਾ ਕੇ ਲੋਕੀ ਸੋਸ਼ਲ ਮੀਡੀਆ 'ਤੇ ਵਾਇਰਲ ਕਰੀ ਜਾਂਦੇ ਨੇ। ਅਤੇ ਉਹੋ ਜਿਹੇ ਸਾਡੇ ਸਿੱਖ ਆ, ਉਹ ਉਹਨਾਂ ਨੇ 339 ਵਾਰੀ ਮਾਲਾ ਫੇਰਨ ਲੱਗ ਜਾਣੀਆਂ। ਮੂਲ ਮੰਤਰ ਤੇ ਇੱਕ ਵਾਰੀ ਚੰਗੀ ਤਰ੍ਹਾਂ ਪਿਆਰ ਨਾਲ ਸਮਝ ਕੇ ਪੜ੍ਹਿਆ ਹੋਵੇ ਤੇ ਸਾਡੀ ਜ਼ਿੰਦਗੀ ਬਦਲ ਜਾਵੇ। ਤੇ ਉੱਦਾਂ ਦੇ ਭਾਵੇਂ ਤੁਸੀਂ 1300 ਵਾਰੀ ਪੜ੍ਹ ਲਓ, ਜੇ ਉਹਨੂੰ ਮੰਨਣਾ ਹੀ ਨਹੀਂ ਫਿਰ ਉਹਦੇ ਨਾਲ ਕੁਛ ਨਹੀਂ ਹੋਣ ਲੱਗਾ। ਗੱਲ ਹੈਗੀ ਜੋ ਵੀ ਕਿਹਾ ਉਹਦੇ ਵਿੱਚ ਇੱਕ ਮਿਕ ਹੋ ਜਾਣਾ, ਉਹਦੇ ਵਿੱਚ ਰਲ ਮਿਲ ਜਾਣਾ। ਇੱਕ ਓੰਕਾਰ, ਇਹਨੂੰ ਸਮਝੋ, ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਓ। ਬਾਕੀ ਦੇ ਸ਼ਬਦ ਤੇ ਅਜੇ ਬਾਅਦ 'ਚ ਨੇ ਨਾ। ਸਤਨਾਮ ਪੜ੍ਹ ਕੇ ਛੱਡੀ ਥੋੜ੍ਹੀ ਜਾਣਾ, ਪੜ੍ਹ ਕੇ ਇਹਨੂੰ ਸਮਝਣਾ ਵਾ। ਰੱਬ ਜੀ ਸਤਨਾਮ, ਪਰਮਾਤਮਾ ਜੀ ਸੱਚੇ ਨੇ। ਹੁਣ ਇੱਥੇ ਕੰਪੈਰੀਜ਼ਨ ਕਰਕੇ ਵੇਖਣੀ, ਤੁਲਨਾ ਕਰਕੇ ਵੇਖਣੀ ਆ। ਰੱਬ ਜੀ ਤੇ ਸੱਚੇ ਹਨ, ਕੀ ਮੈਂ ਸੱਚਾ ਹਾਂ? ਤੁਲਨਾ ਕਰਨੀ ਆ। ਮੈਂ ਰੱਬ ਜੀ ਦੇ ਨਾਲ ਮੇਰਾ ਤਾਂ ਕਰਕੇ ਤੇ ਨਹੀਂ ਕਿਤੇ ਸੰਬੰਧ ਬਣਦਾ। ਰੱਬ ਜੀ ਸੱਚੇ, ਮੈਂ ਝੂਠਾ, ਮੇਰੀ ਜ਼ਿੰਦਗੀ ਵਿੱਚ ਸੱਚ ਹੈ ਨਹੀਂ ਆ। ਮੈਂ ਕਹਿੰਦਾ ਕੁਝ ਹੋਰ ਹਾਂ, ਕਰਦਾ ਕੁਝ ਹੋਰ ਹਾਂ।
मेरी परमात्मा जी दे नाल दिलों मुहब्बत नहीं आ। सतनाम तो गाय नहीं सी लंघिया जाना। बाकी ये शब्द फिर विचारने पैने सी हौली हौली करके। पहला तो सतनाम, पहला सतनाम पढ़ के सच्चा हुंदा। करता पुरख निरभौ निर्वैर इत्यादि को बाकी दियां बाद दियां स्टेजां ने। पहला ये वेखना सी भी मैं सच्चा किवें होवां। केव सचियारा होई है, केव कूड़े टुटे पाल। पाल मीनस कंध। मेरे विच ते वैगुरू जी दे विच जिहड़ी झूठ दी कंध आ वो किद्दां टुटे, ये सोचना सी। मैं सचियार किवें बना। जपजी साहिब दी सारी बाणी विच इहो गल ही ते समझाई आ। सतनाम 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 जपदा जपदा तू सच्चा हो जानो। इनू कहंदे ने पकड़ना। पकड़न वाली ते असीं गल ही कोई नहीं करदे। साडा ते जोर बस गिणतियां मिणतियां पूरियां करन ते लगा होया। मैं इन्ना पाठ कर लवां जी। मैं सुखमनी साहब दे 2 पाठ कर देना दिहाड़ी च 2। जे कोई पुछे भी ਉਹਦੇ ਵਿੱਚ ਜਿਹੜਾ अपरस आउंदा वा, अपरस ਉਹ ਕੀ ਹੁੰਦਾ, ਉਹਦਾ नहीं मैनूं पता। मैं कोई पता लाउण वास्ते थोड़ी पढ़दा वां। मैं तो वैसे ही अपने मन नूं तसल्ली देना। मेरे ते कन्नां 'ਚ किसी ने ਇਹ पा दिता, ਕਹਿੰਦੇ दिन दे 24 घंटे बंदे दे 24,000 सवास ते सुखमनी साहिब दियां कहते 24 अष्टपदियां। जे एक बारी सुखमनी साहब पढ़ लिया सारा कुछ ही सफला हो जाता। बस एक बारी पढ़ना, बाद जिन्ना मर्जी झूठ बोली जाओ, भैड़े कर्म करी जाओ, वो नाल दी नाल ही बैलेंस हो जाता ना। जिद्दां कहते भी सवेरे सवेरी एक माता सी, वो सवेरे सवेरी अपने ढिड च इंसोलीन का टीका ला लैंदी सी। बाद चो कहती भी हुण मैनूं शूगर जिहड़ी वधदी नहीं, एक नहीं सवेरे सवेरे टीका ला लईदा। और सुखमनी साहब कोई टीका थोड़ी है भी एक बारी पढ़ लिया तो बाद जिन्ना मर्जी धोखा फरेब झूठ बोली जाओ। वो तो जिंदगी च वसाउण वास्ते सी। गुरबाणी गुरु साहब जी ने सानू तां करके दित्ती सी। इत्थे भाई साहब लिखते हैं, तरना जग सिंध सुखैन चहो, कहना लख बाद गहो करना। जे जगत रूपी समुद्र नूं सौखियां पार करना है तां कहने नूं बिरथा जानो। ये कहना बस व्यर्थ ही है। मन मुख का बकना यों जानो, जैसे पवन चुलाई। इत्थे शायद साकत शब्द आ। साकत का बकना यों जानो, जैसे पवन चुलाई। साकत रब नालों टुटा होया इंसान। साकत दा बोलना इस तरह ही आ जिवें हवा चलदी होवे, जिवें हवा चली जाती आ। वो किहड़ा उपदेश दिंदी आ। इसे तरह साडा बोलना, साडा पढ़ना इस तरह ही आ जिवें हवा चलदी आ। ਉਹਦੇ ਨਾਲ ਲਾਭ ਤੇ ਸਾਨੂੰ ਕੋਈ ਹੁੰਦਾ नहीं, ਤਾਂ ਕਰਕੇ ਲਾਭ ਵਾਲੇ ਪਾਸੇ ਜਾਣਾ ਸੀ। ਜੋ ਕਹਿੰਦੇ ਹਾਂ ਉਸ ਨੂੰ ਪਕੜਨ ਦੀ ਕੋਸ਼ਿਸ਼ ਕਰਨੀ ਸੀ। ਬਾਬਾ ਫਰੀਦ ਸਾਹਿਬ ਜੀ ਦਾ ਸ਼ਬਦ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ, से कांढे कच्चिया। रत्ते इश्क खुदाए रंग दीदार के, विसरिया जिन नाम ते भोए पार थिए। इस तरह गुरु साहब किरपा करन साडा दिलों परमात्मा जी दे नाल प्यार होवे। जिहड़ा भी उपदेश सुनते हाँ उस उपदेश नूं असीं मनण दी कोशिश करिए। दोहरा श्री गुर दर्शन देवही, शांत रूप कन ज्ञान,
ते छिन आए सधारना, बोलियो बंदे पान। शांत रूप ਗਿਆਨ ਦੇ ਮੇਘ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਦੀਆਂ ਕੁਆਲਿਟੀਜ਼ ਹਨ। ਸ਼ਾਂਤ ਰੂਪ, ਸ਼ਾਂਤ ਨੇ, ਨਾਲੇ ਗਿਆਨ ਦੇ ਬੱਦਲ ਨੇ, ਗਿਆਨ ਦੀ ਵੀ ਕੋਈ ਕਮੀ ਨਹੀਂ ਹੈ। ਸ਼ਾਂਤ ਰੂਪ, ਗਿਆਨ ਦੇ ਮੇਘ ਬੱਦਲ ਗੁਰੂ ਜੀ ਦਰਸ਼ਨ ਦੇ ਰਹੇ ਸਨ। ਉਸ ਪਲ ਸਧਾਰਨ ਸਿੱਖ ਉੱਥੇ ਆਇਆ। ਸਧਾਰਨ ਸਿੱਖ ਦਾ ਨਾਮ ਆ ਭਾਈ ਸਧਾਰਨ। ਉਹ ਮਹਾਰਾਜ ਜੀ ਦੇ ਕੋਲ ਆਇਆ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਚੰਦਨ ਮ੍ਰਿਦ ਮਦ ਸਕਲ ਕਸਾਏ, ਭਲੀ ਭਾਂਤ ਘਰ ਕੋ ਸ਼ੇਰ ਕਾਏ, ਸਗਰ ਅਜਰ ਸੋ ਲੀਪ ਬਨਾਇਓ, ਸਭ ਸੁਗੰਧ ਨੀਕੇ ਮਹਿਕਾਇਓ। ਹੇ ਗੁਰੂ ਜੀ, ਚੰਦਨ ਕਸਤੂਰੀ ਨਾਲ ਸਾਰੇ ਹੋਰ ਸੁਗੰਧੀ ਪਦਾਰਥ ਮਿਲਾ ਕੇ ਬਹੁਤ ਚੰਗੀ ਤਰ੍ਹਾਂ ਨਾਲ ਸਾਰੇ ਘਰ ਵਿੱਚ ਛਿੜਕ ਦਿੱਤੇ ਹਨ। ਸਾਰੇ ਵਿਹੜੇ ਨੂੰ ਲਿਪ ਕੇ ਸਾਰੀਆਂ ਸੁਗੰਧੀਆਂ ਦੇ ਨਾਲ ਮਹਿਕਾ ਦਿੱਤਾ ਹੈ। ਇਹ ਹੁਣ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੰਸਕਾਰ ਦੀ ਤਿਆਰੀ ਹੋ ਰਹੀ ਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਵੀ ਅਸੀਂ ਹੁਣ ਜੋਤੀ ਜੋਤ ਸਮਾ ਜਾਣਾ ਹੈ। ਇਸ ਵਾਸਤੇ ਤਿਆਰੀ ਕਰੋ, ਘਰ ਦੀ ਵਿਹੜੇ ਦੀ ਸਾਫ਼ ਸਫਾਈ ਕਰੋ, ਕਿਉਂਕਿ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਣਗੀਆਂ। ਉਹਨਾਂ ਦੇ ਬਹਿਣ ਖਲੋਣ ਵਾਸਤੇ ਥਾਂ ਬਣਾਓ। ਇਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਜਾਣ ਦੀ ਤਿਆਰੀ ਕਰ ਰਹੇ ਨੇ। ਇੱਥੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਆ ਵੀ ਸਾਨੂੰ ਵੀ ਭਾਈ ਆਪੋ ਆਪਣੀ ਤਿਆਰੀ ਕਰਕੇ ਰੱਖਣੀ ਚਾਹੀਦੀ ਆ, ਤਾਂ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਆਵਾਜ਼ ਮਾਰਨ ਅਸੀਂ ਕਹੀਏ ਜੀ ਹਾਂਜੀ ਮੈਂ ਤਿਆਰ ਹਾਂ, ਮੈਂ ਆਪਣੇ ਸਾਰੇ ਕੰਮ ਪੂਰੇ ਕੀਤੇ ਹੋਏ ਨੇ, ਮੇਰਾ ਕੋਈ ਵੀ ਕੰਮ ਅਧੂਰਾ ਨਹੀਂ ਹੈ। ਪਰਮਾਤਮਾ ਦਾ ਨਾਮ ਜਪਿਆ ਹੈ, ਬਾਣੀ ਪੜ੍ਹੀ ਹੈ, ਬਾਣੀ ਨੂੰ ਸਮਝੇ ਹਾਂ। ਜਿੰਨੇ ਜੋਗੇ ਸੀ ਕੋਸ਼ਿਸ਼ ਕੀਤੀ ਆ ਵੀ ਤੁਹਾਡੀ ਅੰਮ੍ਰਿਤ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈਏ। ਇਸ ਵਾਸਤੇ ਜਾਣ ਵਾਸਤੇ ਸਾਨੂੰ ਸਦਾ ਤਿਆਰ ਰਹਿਣਾ ਚਾਹੀਦਾ। ਇੱਥੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਸ਼ਲੋਕ ਚੇਤੇ ਆ ਜਾਂਦਾ, ਜਿਨੀ ਚੱਲਣ ਜਾਣਿਆ ਸੇ ਕਿਉ ਕਰੇ ਵਿਥਾਰ, ਚੱਲਣ ਸਾਰ ਨ ਜਾਣਨੀ ਕਾਜ ਸਵਾਰਨ ਹਾਰ। ਜਿਨ੍ਹਾਂ ਨੂੰ ਪਤਾ ਹੋਵੇ ਨਾ ਵੀ ਅਸੀਂ ਚਲੇ ਜਾਣਾ, ਉਹ ਸਾਧ ਸੰਗਤ ਜੀ ਬਹੁਤੇ ਖਿਲਾਰੇ ਨਹੀਂ ਖਿਲਾਰਦੇ। ਉਹ ਹਰ ਸਮੇਂ ਤਿਆਰ ਬਰ ਤਿਆਰ ਹੀ ਰਹਿੰਦੇ ਆ ਵੀ ਜਦੋਂ ਵਾਹਿਗੁਰੂ ਜੀ ਆਵਾਜ਼ ਮਾਰਨਗੇ ਉਦੋਂ ਆਪਾਂ ਤੁਰ ਜਾਵਾਂਗੇ। ਉਹ ਐਵੇਂ ਖਿਲਾਰਾ ਨਹੀਂ ਖਿਲਾਰੀ ਜਾਂਦੇ। ਮੇਰਾ ਫਲਾਣੇ ਸ਼ਹਿਰ 'ਚ ਵੀ ਪਲਾਟ ਆ, ਫਲਾਣੇ ਸ਼ਹਿਰ 'ਚ ਵੀ ਪਲਾਟ ਆ, ਇਸ ਸ਼ਹਿਰ 'ਚ ਮੈਂ 2 ਘਰ ਬਣਾਏ ਆ। ਖਿਲਾਰਾ ਹੀ ਪਾਈ ਜਾਣਾ, ਖਿਲਾਰਾ ਹੀ ਪਾਈ ਜਾਣਾ। ਉਹ ਰੱਬ ਦੇ ਪਿਆਰੇ ਆਪਣਾ ਜਿਹੜਾ ਦਾਇਰਾ ਨਾ ਸੰਕੋਚਵਾਂ ਹੀ ਰੱਖਦੇ ਆ, ਹਰ ਸਮੇਂ ਆਪਣੀ ਤਿਆਰੀ ਕਰਕੇ ਰੱਖਦੇ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਇਹ ਸਾਧ ਸੰਗਤ ਜੀ ਸਾਨੂੰ ਸਿੱਖਿਆ ਮਿਲਦੀ ਹੈ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਸ ਤੋਂ ਅਗਲੀਆਂ ਵਿਚਾਰਾਂ ਆਪ ਸੰਗਤਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰੋਗੇ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।